ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਮਾਸਟਰ ਐਜੂਕੇਸ਼ਨ 'ਤੇ। ਅੱਜ ਆਪਾਂ ETT ਦਾ ਜਿਹੜਾ ਸਿਲੇਬਸ ਦੇ ਮੁਤਾਬਕ SST ਦਾ ਜਿਹੜਾ ਫਸਟ ਚੈਪਟਰ ਹੈਗਾ ਭਾਰਤ ਇੱਕ ਜਾਣ ਪਛਾਣ, ਉਹਦੇ ਜੋ ਇੰਪੋਰਟੈਂਟ ਕੁਐਸਚਨ ਜਿਹੜੇ ਕਿ ਬੁੱਕ 'ਚ ਜਿੰਨੇ ਵੀ ਇੰਪੋਰਟੈਂਟ ਬਣਦੇ ਆ ਉਹ ਸਾਰੇ ਇਸ ਵੀਡੀਓ 'ਚ ਆਪਾਂ ਤੁਹਾਨੂੰ ਕਰਾਵਾਂਗੇ। ਚਲੋ ਫਸਟ ਕੁਐਸਚਨ ਦੇਖਦੇ ਹਾਂ। ਭਾਰਤ ਦਾ ਆਕਾਰ ਕਿਸ ਤਰ੍ਹਾਂ ਦਾ ਹੈ? ਨੰਬਰ 1 ਵਰਗਾਕਾਰ, 2 ਚੱਕਰਾਕਾਰ, 3 ਤ੍ਰਿਭੁਜਾਕਾਰ। ਉਪਰੋਕਤ ਸਾਰੇ ਇਹਦਾ ਰਾਈਟ ਆਨਸਰ ਹੈਗਾ ਜੀ ਤ੍ਰਿਭੁਜਾਕਾਰ। ਜਿਹੜਾ ਭਾਰਤ ਦਾ ਮਤਲਬ ਥੱਲੋਂ ਇੱਦਾਂ ਦਾ ਬਣਦਾ ਨਾ, ਇੱਕ ਤ੍ਰਿਭੁਜਾਕਾਰ ਦਾ ਮਤਲਬ ਕੀ ਹੈ, ਉਹਦਾ ਸ਼ੇਪ ਬਣਦੀ ਹੈ। ਠੀਕ ਹੈ ਜੀ। ਅਗਲੇ ਨੈਕਸਟ ਕੁਐਸਚਨ ਦੇਖਦੇ ਹਾਂ। ਧਰਤੀ ਉੱਤੇ ਭਾਰਤ ਦੀ ਸਥਿਤੀ ਕੀ ਹੈ? ਜਿਹੜਾ ਧਰਤੀ ਉੱਤੇ ਭਾਰਤ ਦੀ ਕੀ ਪੁੱਛਿਆ, ਸਥਿਤੀ ਕੀ ਹੈ? ਇਹਦਾ ਰਾਈਟ ਆਨਸਰ ਹੈਗਾ ਜੀ ਆਪਸ਼ਨ ਨੰਬਰ 2 ਏਸ਼ੀਆ ਮਹਾਦੀਪ ਦੇ ਦੱਖਣ ਵਿੱਚ। ਜਿਹੜਾ ਆਹ ਸਾਰਾ ਹੈਗਾ ਜੀ ਆ ਏਸ਼ੀਆ ਮਹਾਦੀਪ ਹੈ ਜੀ। ਮੈਪ 'ਚ ਦੇਖ ਲਓ ਤੁਸੀਂ, ਇਹ ਆਪਾਂ ਇਹਦੀ ਵੰਡ ਕਰਤੀ। ਜਿਹੜਾ ਆਹ ਵਾਲਾ ਪਾਰਟ ਹੋ ਗਿਆ ਜੀ ਇਹਦਾ, ਇਹ ਹੋ ਗਿਆ ਜੀ ਉੱਤਰ। ਜਿਹੜਾ ਆਹ ਵਾਲਾ ਹੋ ਗਿਆ ਜੀ ਦੱਖਣ। ਇੱਥੋਂ ਮਤਲਬ ਆਪਣਾ ਸਿੱਧਾ ਹੀ ਸਪਸ਼ਟ ਹੋ ਗਿਆ ਕੁਐਸਚਨ, ਜਿਹੜਾ ਇੰਡੀਆ ਹੈਗਾ ਏਸ਼ੀਆ ਮਹਾਦੀਪ ਦੇ ਦੱਖਣ ਵਿੱਚ ਸਥਿਤ ਹੈ। ਠੀਕ ਹੈ ਜੀ। ਅਗਲਾ ਨੈਕਸਟ ਕੁਐਸਚਨ ਦੇਖਦੇ ਹਾਂ। ਹਿੰਦ ਮਹਾਸਾਗਰ ਵਿੱਚ ਭਾਰਤ ਦੀ ਸਥਿਤੀ ਕੀ ਹੈ? ਇਹਦਾ ਰਾਈਟ ਆਨਸਰ ਹੈਗਾ ਜੀ ਆਪਸ਼ਨ ਨੰਬਰ 1 ਕੀ ਹੈ ਜੀ ਕੇਂਦਰੀ। ਹਿੰਦ ਮਹਾਸਾਗਰ ਵਿੱਚ ਭਾਰਤ ਦੀ ਸਥਿਤੀ ਕਿਹੜੀ ਹੈ ਜੀ? ਕੇਂਦਰੀ। ਇੱਥੋਂ ਦੇਖ ਲਓ ਜੀ, ਇੱਧਰ ਵੀ ਹਿੰਦ ਮਹਾਸਾਗਰ ਹੈਗਾ, ਇੱਧਰ ਵੀ ਹਿੰਦ ਮਹਾਸਾਗਰ ਹੈ, ਇੱਧਰ ਵੀ ਹਿੰਦ ਮਹਾਸਾਗਰ ਹੈ। ਜਿਹੜਾ ਭਾਰਤ ਹੈਗਾ ਜੀ ਤਿੰਨੇ ਪਾਸੋਂ ਮਤਲਬ ਹਿੰਦ ਮਹਾਸਾਗਰ ਨਾਲ ਕੀ ਹੈ, ਘਿਰਿਆ ਹੋਇਆ। ਤਾਂ ਫਿਰ ਮਤਲਬ ਇਹਨੂੰ ਕੀ ਹੈ, ਕੇਂਦਰੀ ਸਥਿਤੀ ਪ੍ਰਾਪਤ ਹੈ ਹਿੰਦ ਮਹਾਸਾਗਰ ਵਿੱਚ। ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ। ਭਾਰਤ ਦੀ ਥਲਵਰਤੀ ਸੀਮਾ ਅਤੇ ਤਟਵਰਤੀ ਸੀਮਾ ਦੀ ਲੰਬਾਈ ਕਿੰਨੀ ਹੈ? ਜਿਹੜੀ ਇੱਥੇ ਪੁੱਛਿਆ ਜੀ, ਜਿਹੜੀਆਂ ਮਤਲਬ ਆਹ ਤਟਵਰਤੀ ਸੀਮਾ ਹੈਗੀਆਂ, ਜਿਹੜੀਆਂ ਜਿੰਨੀਆਂ ਵੀ ਮਤਲਬ ਸਮੁੰਦਰ ਨਾਲ ਸੀਮਾ ਲੱਗਦੀ ਹੈ, ਉਹਦੀ ਲੰਬਾਈ ਅਤੇ ਥਲਵਰਤੀ ਸੀਮਾ ਦੀ ਲੰਬਾਈ ਪੁੱਛੀ ਹੈ। ਤਾਂ ਰਾਈਟ ਆਨਸਰ ਹੈਗਾ ਜੀ ਆਪਸ਼ਨ ਨੰਬਰ 1 15,020 ਕਿਲੋਮੀਟਰ ਤਾਂ ਜਿਹੜੀ ਹੈਗੀ ਹੈ ਜੀ ਉਹ ਹੈਗੀ ਆ ਥਲਵਰਤੀ ਸੀਮਾ, ਅਤੇ ਤਟਵਰਤੀ ਹੈਗੀ ਹੈ ਜੀ 6,083 ਕਿਲੋਮੀਟਰ ਲਗਭਗ ਦੀ। ਠੀਕ ਹੈ ਜੀ। ਅਗੇ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ। ਇੰਪੋਰਟੈਂਟ ਕੁਐਸਚਨ ਹੈ ਇਹ। ਪਿਛਲੇ ਗੇੜੇ ਤਾਂ ਜਨਸੰਖਿਆ 'ਚ ਬਣਿਆ ਸੀਗਾ, ਇਹਦੀ ਸ਼ਾਇਦ ਸਾਖਰਤਾ ਦੇ ਪੁੱਛ ਲੈਣ ਕੁਐਸਚਨ ਆ ਸਕਦਾ ਹੈ ਐਗਜ਼ਾਮ ਦੇ ਵਿਊ ਤੋਂ ਦੇਖੀਏ ਤਾਂ ਆਪਾਂ, ਕਿਉਂਕਿ ਪਿਛਲੇ ਗੇੜੇ ਜੋ ਕੁਐਸਚਨ ਬਣਿਆ ਸੀ ਉਹ ਵਸੋਂ 'ਤੇ ਬਣ ਗਿਆ ਸੀਗਾ, ਰਿਪੀਟ ਹੋ ਗਿਆ ਸੀ 66 35 'ਚ ਵੀ ਅਤੇ 23 64 'ਚ ਵੀ। ਇਤਕੀ ਉਮੀਦ ਕਰਦੇ ਹਾਂ ਵੀ ਸ਼ਾਇਦ ਸਾਖਰਤਾ ਵਾਲਾ ਜੇ ਪੁੱਛਿਆ ਜਾਵੇ ਤਾਂ ਇਹਦੇ 90% ਚਾਂਸ ਹੈਗਾ ਵੀ ਆਹ ਕੁਐਸਚਨ ਪੁੱਛਿਆ ਜਾਊਗਾ। ਠੀਕ ਹੈ ਜੀ। ਭਾਰਤ ਵਿੱਚ ਸਭ ਤੋਂ ਵੱਧ ਸਾਖਰਤਾ ਵਾਲਾ ਰਾਜ ਕਿਹੜਾ ਹੈਗਾ ਜੀ? ਆਪਸ਼ਨ ਨੰਬਰ 3 ਕੇਰਲਾ। ਮੈਪਿੰਗ 'ਚ ਦਿਖਾਇਆ ਗਿਆ ਜੀ, ਜਿਹੜਾ ਕੇਰਲਾ ਦਾ ਰਾਜ ਹੈਗਾ ਜੀ ਉਹ ਆਪਣੇ ਜਮਾਂ ਹਿੰਦ ਮਹਾਸਾਗਰ ਦੇ ਨਾਲ ਲੱਗਦਾ, ਮਤਲਬ ਇੱਥੇ ਨੀਚੇ। ਤਾਂ ਇੱਥੇ ਕੀ ਹੈ ਜੀ, ਸਭ ਤੋਂ ਵੱਧ ਜਿਹੜੇ ਪੜ੍ਹੇ ਲਿਖੇ ਲੋਕ ਹੈਗੇ ਜੀ, ਜੇ 10 ਔਰਤਾਂ ਦੇ ਵਿੱਚੋਂ ਜਿਹੜੀਆਂ 9 ਔਰਤਾਂ ਮਤਲਬ ਇਹਨਾਂ ਦੀਆਂ ਪੜ੍ਹੀਆਂ ਲਿਖੀਆਂ। ਦੂਜੇ ਪਾਸੇ ਜੋ ਤੁਸੀਂ ਮੈਪਿੰਗ 'ਚ ਦੇਖ ਰਹੇ ਹੋ, ਇੱਥੇ ਬਿਹਾਰ ਸ਼ੋ ਹੋ ਰਿਹਾ ਜੀ। ਠੀਕ ਹੈ ਜੀ। ਇੱਥੇ ਕੀ ਹੈ ਜੀ, ਜਿਹੜੀਆਂ 10 ਵਿੱਚੋਂ 3 ਔਰਤਾਂ ਹੀ ਪੜ੍ਹੀਆਂ ਲਿਖੀਆਂ। ਠੀਕ ਹੈ ਜੀ। ਜਿਹੜਾ ਸਭ ਤੋਂ ਵੱਧ ਸਾਖਰਤਾ ਵਾਲਾ ਦੇਸ਼ ਕਿਹੜਾ ਹੀ ਆਪਣਾ ਰਾਜ? ਕੇਰਲਾ। ਅੱਗੇ ਨੈਕਸਟ ਕੁਐਸਚਨ ਦੇਖਦੇ ਹਾਂ ਜੀ। ਸਭ ਤੋਂ ਪਹਿਲਾਂ ਭਾਰਤ ਨੂੰ ਕੀ ਕਿਹਾ ਜਾਂਦਾ ਸੀ? ਦੇਖੋ ਜੀ, ਇੱਥੇ ਕੁਐਸਚਨ ਪੁੱਛਿਆ ਸਰਨਾਮ ਜਿਹੜੀ ਪਹਿਲੀ ਧਾਰਨਾ ਸੀ ਉਹਦੇ ਮੁਤਾਬਕ ਭਾਰਤ ਨੂੰ ਕੀ ਕਿਹਾ ਜਾਂਦਾ? ਰਾਈਟ ਆਨਸਰ ਹੈਗਾ ਜੀ ਹਿਮਾਚਲ ਸੇਤੂ ਪਰਯੰਤਮ। ਹਿਮਾਚਲ ਸੇਤੂ ਪਰਯੰਤਮ ਕਿਉਂਕਿ ਜਦੋਂ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਜਿਹੜੇ ਰਾਮੇਸ਼ਵਰ ਤੱਕ ਦਾ ਜਿਹੜਾ ਇਲਾਕਾ ਸੀਗਾ ਉਹਨੂੰ ਮਤਲਬ ਨਾਂ ਦਿੱਤਾ ਗਿਆ ਸੀਗਾ ਹਿਮਾਚਲ ਸੇਤੂ ਪਰਯੰਤਮ। ਨੈਕਸਟ ਕੁਐਸਚਨ ਦੇਖੋ। ਦੂਜੀ ਧਾਰਨਾ ਮੁਤਾਬਕ ਭਾਰਤ ਨੂੰ ਕੀ ਕਿਹਾ ਜਾਂਦਾ ਹੈ? ਦੂਜੀ ਧਾਰਨਾ ਮੁਤਾਬਕ ਪੁੱਛਿਆ ਜੀ ਭਾਰਤ ਨੂੰ ਕੀ ਕਿਹਾ ਜਾਂਦਾ? ਇਹਦਾ ਰਾਈਟ ਆਨਸਰ ਹੈਗਾ ਜੀ ਆਰੀਆਵਰਤ। ਕਿਉਂਕਿ ਉਸ ਟਾਈਮ ਮਤਲਬ ਜਿਹੜੇ ਆਰੀਆ ਲੋਕ ਸੀਗੇ ਉਹ ਭਾਰਤ ਵਿੱਚ ਆ ਕੇ ਰਹਿਣ ਲੱਗੇ, ਤਾਂ ਮਤਲਬ ਕੀ ਸੀਗਾ, ਭਾਰਤ ਨੂੰ ਆਰੀਆਵਰਤ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਅਗਰ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ। ਤੀਸਰੀ ਧਾਰਨਾ
तीसरी धारणा मुताबिक ਭਾਰਤ ਨੂੰ ਕੀ ਕਿਹਾ ਜਾਂਦਾ ਸੀ। ਦੇਖੋ ਜੀ, ਤੀਜੀ ਧਾਰਨਾ ਮੁਤਾਬਕ ਭਾਰਤ ਨੂੰ ਭਰਤ ਕਿਹਾ ਜਾਂਦਾ ਸੀਗਾ। ਭਰਤ ਇਸ ਕਰਕੇ ਕਿਹਾ ਜਾਂਦਾ ਸੀਗਾ ਕਿਉਂਕਿ ਰਿਗਵੇਦ ਵਿੱਚ ਇਹਦਾ ਵਰਣਨ ਕੀਤਾ ਗਿਆ। ਜਿਹੜਾ ਭਰਤ ਹੈਗਾ ਜੀ ਇੱਕ ਸ਼ਕਤੀਸ਼ਾਲੀ ਰਾਜੇ ਦਾ ਨਾਮ ਹੈ ਜੀ। ਠੀਕ ਹੈ ਜੀ, ਇਹਦਾ ਰਿਗਵੇਦ ਵਿੱਚ ਵਰਣਨ ਕੀਤਾ ਗਿਆ ਜੀ, ਜਿਹੜਾ ਆਪਣਾ ਮਹਾਨ ਗ੍ਰੰਥ ਹੈਗਾ ਜੀ ਇੱਕ। ਠੀਕ ਹੈ ਜੀ, ਅਤੇ ਜੋ ਭਰਤ ਸੀਗੇ ਇਹਨਾਂ ਦੇ ਪਿਤਾ ਦਾ ਨਾਂ ਸੀਗਾ ਰਾਜਾ ਦੁਸ਼ੰਤ। ਪੁੱਛ ਲੈਂਦੇ ਹੁੰਦੇ ਆ ਪੇਪਰ 'ਚ, ਪੁੱਛਿਆ ਵੀ ਜਾ ਸਕਦਾ ਕੁਐਸਚਨ। ਅਤੇ ਮਾਤਾ ਦਾ ਨਾਮ ਹੈਗਾ ਸ਼ੰਕੁੰਤਲਾ। ਠੀਕ ਹੈ ਜੀ, ਤੁਸੀਂ ਨੋਟ ਕਰ ਲਿਆ ਆਪਣੀ ਕਾਪੀਆਂ 'ਤੇ। ਅਗਲੇ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ। ਨੈਕਸਟ ਕੁਐਸਚਨ ਹੈਗਾ ਜੀ, ਚੌਥੀ ਧਾਰਨਾ ਭਾਰਤ ਦਾ ਆਧੁਨਿਕ ਨਾਂ ਕੀ ਪਿਆ। ਚੌਥੀ ਧਾਰਨਾ ਵਿੱਚ ਜਿਹੜਾ ਭਾਰਤ ਦਾ ਜਿਹੜਾ ਆਧੁਨਿਕ ਨਾਮ ਕੀ ਪਿਆ। ਇਹਦਾ ਰਾਈਟ ਆਨਸਰ ਹੈਗਾ ਜੀ ਇੰਡੀਆ। ਜਿਹੜਾ ਇਹ ਨਾਂ ਸੀਗਾ ਜੀ ਭਾਰਤ ਦਾ, ਇਹ ਸਿੰਧੂ ਨਦੀ ਦੇ ਨਾਂ 'ਤੇ ਪਿਆ ਜੀ। ਪੁੱਛ ਲੈਣ ਜੀ ਕਿਹਦੇ ਨਾਂ 'ਤੇ ਇਹ ਨਾਂ ਪਿਆ। ਇਹ ਪਿਆ ਜੀ ਸਿੰਧੂ ਨਦੀ ਦੇ ਨਾਂ 'ਤੇ। ਅੱਗੇ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ। ਸੂਏਜ਼ ਨਹਿਰ ਦੇ ਖੁੱਲ੍ਹ ਜਾਣ ਨਾਲ ਭਾਰਤ ਦਾ ਵਪਾਰ ਕਿਸ ਨਾਲ ਵੱਧ ਗਿਆ। ਦੇਖੋ ਜੀ, ਇਹਦਾ ਰਾਈਟ ਆਨਸਰ ਹੈਗਾ ਪੱਛਮੀ ਬੰਦਰਗਾਹਾਂ। ਜਿਹੜੀ ਆਹ ਸੂਏਜ਼ ਨਹਿਰ ਹੈ ਜੀ, ਠੀਕ ਹੈ ਜੀ, ਪਹਿਲਾਂ ਇਹ ਇੱਥੋਂ ਬੰਦ ਹੁੰਦੀ ਸੀਗੀ। ਤਾਂ ਜਿਹੜਾ ਭਾਰਤ ਨੂੰ ਕੀ ਹੁੰਦਾ ਸੀਗਾ ਜੀ, ਭਾਰਤ ਨੂੰ ਜਦੋਂ ਪੱਛਮੀ ਬੰਦਰਗਾਹਾਂ ਨਾਲ ਜੇ ਵਪਾਰ ਕਰਨਾ ਪੈਂਦਾ ਸੀ ਤਾਂ ਇੰਨੇ ਵਾਏ ਵਿੱਚ ਜਾਣਾ ਪੈਂਦਾ ਸੀਗਾ। ਠੀਕ ਹੈ ਜੀ, ਜਦੋਂ ਆਹ ਜਿਹੜੀ ਲਾਈਨ ਹੈਗੀ ਜੀ ਇੱਥੋਂ ਜਦੋਂ ਖੁੱਲ੍ਹ ਗਈ ਨਹਿਰ ਤੇ ਤਾਂ ਮਤਲਬ ਕੀ ਹੈ ਜੀ, ਜਿਹੜਾ ਭਾਰਤ ਸੀਗਾ, ਜਿਹੜਾ ਪੱਛਮੀ ਬੰਦਰਗਾਹਾਂ ਸੀਗੀਆਂ ਉਹਨਾਂ ਦੇ 4800 ਕਿਲੋਮੀਟਰ ਨੇੜੇ ਹੋ ਗਿਆ ਜੀ। ਆਹ ਵੀ ਕੁਐਸਚਨ ਬਣ ਸਕਦਾ ਵੀ ਜਿਹੜਾ ਭਾਰਤ ਹੈ ਉਹ ਸੂਏਜ਼ ਨਹਿਰ ਦੇ ਖੁੱਲ੍ਹ ਜਾਣ ਨਾਲ ਪੱਛਮੀ ਬੰਦਰਗਾਹਾਂ ਦੇ ਕਿੰਨੇ ਨੇੜੇ ਹੋ ਗਿਆ ਜੀ 4800 ਕਿਲੋਮੀਟਰ। ਅੱਗੇ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ। ਮੋਸਟ ਇੰਪੋਰਟੈਂਟ ਕੁਐਸਚਨ ਆ ਗਿਆ ਜੀ ਸਰ ਨਾਲ। ਇਹ ਵੀ ਐਗਜ਼ਾਮ ਦੇ ਵਿਊ 'ਚ ਦੇਖੀਏ ਤਾਂ ਆਪਾਂ ਮਤਲਬ ਕਹਿ ਸਕਦੇ ਹਾਂ ਵੀ ਇਹਦੇ 'ਚ ਵੀ ਇੱਕ ਕੁਐਸਚਨ ਜ਼ਰੂਰ ਬਣੂਗਾ। ਠੀਕ ਹੈ ਜੀ, ਸਾਰਕ ਦੇਸ਼ ਦੀ ਸਥਾਪਨਾ ਕਦੋਂ ਹੋਈ। ਇਹਦਾ ਰਾਈਟ ਆਨਸਰ ਹੈਗਾ ਜੀ ਆਪਸ਼ਨ ਨੰਬਰ 4 ਦਸੰਬਰ 1985। ਇਹਦੀ ਐਗਜ਼ੈਕਟ ਡੇਟ ਹੈਗੀ ਜੀ 8 ਦਸੰਬਰ। ਠੀਕ ਹੈ ਜੀ, ਆ ਵੀ ਨੋਟ ਕਰ ਲਿਆ ਉਹਦੇ ਕਾਪੀਆਂ 'ਤੇ। ਇਹਦੇ ਵਿੱਚ ਕੀ ਹੈ ਜੀ, ਸਾਰਕ ਦੇਸ਼ ਵਿੱਚ ਜਦੋਂ ਬਣਿਆ ਸੀਗਾ, ਠੀਕ ਹੈ ਜੀ, ਉਦੋਂ ਮਤਲਬ ਕੀ ਸੀਗਾ ਇਹਦੇ 'ਚ 7 ਦੇਸ਼ ਜਿਹੜੇ ਸੀ ਸ਼ਾਮਿਲ ਕੀਤੇ ਗਏ। ਉਹਨਾਂ 'ਚ ਸੀਗਾ ਪਾਕਿਸਤਾਨ 1, ਹਿੰਦੁਸਤਾਨ ਸੀਗਾ, ਇੰਡੀਆ 2, ਨੇਪਾਲ 3, ਭੂਟਾਨ 4 ਅਤੇ ਬੰਗਲਾਦੇਸ਼ 5, ਸ਼੍ਰੀਲੰਕਾ 6 ਅਤੇ ਮਾਲਦੀਪ 7। ਜਿਹੜਾ ਅਫਗਾਨਿਸਤਾਨ ਹੈਗਾ ਜੀ ਇੱਥੇ, ਇਹ ਜਿਹੜਾ ਹੈਗਾ ਅਪ੍ਰੈਲ 2007 ਨੂੰ ਮਤਲਬ ਕੀ ਹੈ ਸਾਰਕ ਦੇਸ਼ਾਂ ਵਿੱਚ ਸ਼ਾਮਿਲ ਕੀਤਾ ਗਿਆ। ਆ ਨੋਟ ਕਰ ਲਿਓ ਤੁਸੀਂ ਡੇਟ, ਕਿਉਂਕਿ ਇਹ ਜਿਹੜਾ ਇਹ 8ਵਾਂ ਦੇਸ਼ ਸੀਗਾ ਜਿਹੜਾ ਕਿ ਸਾਰਕ ਦੇਸ਼ਾਂ ਵਿੱਚ ਅਪ੍ਰੈਲ 2007 ਨੂੰ ਸ਼ਾਮਿਲ ਕੀਤਾ ਗਿਆ ਸੀਗਾ। ਅਤੇ ਇਹਦੀ ਮਤਲਬ ਜੇ ਤੁਸੀਂ ਇਹਨੂੰ ਯਾਦ ਰੱਖਣਾ, ਇਹਦੇ ਵਾਸਤੇ ਟ੍ਰਿਕ ਹੈਗੀ ਹੈ, ਸਾਰਕ ਦੇਸ਼ਾਂ ਨੂੰ ਆਪਣੀ ਐਨ ਕਰ ਲਿਓ, ਆਪਣੀ MBBS, ਆਪਣੀ MBBS। ਠੀਕ ਹੈ ਜੀ, ਇਹ ਤੇ ਹੋ ਗਿਆ ਜੀ ਆਪਣਾ ਅਫਗਾਨਿਸਤਾਨ। ਠੀਕ ਹੈ ਜੀ, ਪੀ 'ਤੇ ਹੋ ਗਿਆ ਜੀ ਆਪਣਾ ਪਾਕਿਸਤਾਨ, ਐਨ 'ਤੇ ਹੋ ਗਿਆ ਜੀ ਆਪਣਾ ਨੇਪਾਲ, ਆਈ 'ਤੇ ਹੋ ਗਿਆ ਜੀ ਆਪਣਾ ਇੰਡੀਆ, ਐਮ 'ਤੇ ਹੋ ਗਿਆ ਜੀ ਆਪਣਾ ਮਾਲਦੀਪ, ਬੀ 'ਤੇ ਹੋ ਗਿਆ ਜੀ ਆਪਣਾ ਭੂਟਾਨ, ਬੀ 'ਤੇ ਹੋ ਗਿਆ ਜੀ ਆਪਣਾ ਬੰਗਲਾਦੇਸ਼, ਐਸ 'ਤੇ ਹੋ ਗਿਆ ਜੀ ਆਪਣਾ ਸ਼੍ਰੀਲੰਕਾ। ਤਾਂ ਇਸ ਨੂੰ ਟ੍ਰਿਕ ਨੂੰ ਯਾਦ ਰੱਖ ਸਕਦੇ ਤੁਸੀਂ, ਆਪਣੀ MBBS, ਆਪਣੀ MBBS। ਇੱਕ ਇੰਪੋਰਟੈਂਟ ਕੁਐਸਚਨ ਹੈਗਾ ਜੀ ਇਹਦਾ, ਜੇ ਤੁਹਾਨੂੰ ਇਹਦਾ ਮੁੱਖ ਦਫ਼ਤਰ ਪੁੱਛ ਲਈ। ਇਹਦਾ ਮੁੱਖ ਦਫ਼ਤਰ ਹੈਗਾ ਜੀ ਨੇਪਾਲ 'ਚ। ਨੇਪਾਲ ਦੀ ਜਿਹੜੀ ਰਾਜਧਾਨੀ ਹੈਗੀ ਹੈ ਕਾਠਮਾਂਡੂ। ਠੀਕ ਹੈ ਜੀ, ਆਹ ਵੀ ਕੁਐਸਚਨ ਬਣ ਸਕਦਾ। ਅੱਗੇ ਨੈਕਸਟ ਕੁਐਸਚਨ ਦੇਖਦੇ ਜੀ ਆਪਾਂ। ਸਟੇਟਮੈਂਟ ਹੈਗੀ ਹੈ, ਇਹਨੂੰ ਵੀ ਤੁਸੀਂ ਧਿਆਨ ਰੱਖਿਓ ਉਹਦਾ।
ਸਟੇਟਮੈਂਟ 'ਚ ਕੀ ਦਿੱਤਾ ਗਿਆ ਜੀ, ਇਹਦੇ ਵਿੱਚ ਭਾਰਤ ਦਾ ਜਿਹੜਾ ਵਿਸਥਾਰ ਦੱਸਿਆ ਗਿਆ ਜੀ 8.4 ਤੋਂ ਲੈ ਕੇ 37.17 ਉੱਤਰੀ ਅਕਸ਼ਾਂਸ਼। 8.4 ਜਿਹੜਾ ਤੁਹਾਡਾ ਜੀ ਇਹ ਦੱਖਣ 'ਚ ਬਣੂਗਾ ਜੀ, ਇਹ ਮਤਲਬ ਉੱਪਰ ਨੂੰ ਉੱਤਰ ਵੱਲ ਇਹ ਬਣਨਾ ਜੀ ਇੱਥੇ 37.17, ਇਹ ਕੀ ਹੈ ਜੀ ਆਪਣਾ ਉੱਤਰੀ ਅਕਸ਼ਾਂਸ਼। ਇੱਧਰੋਂ 97.25 ਤੋਂ 68 ਇੱਥੇ ਗੁਜਰਾਤ ਤੱਕ 68.7। ਠੀਕ ਹੈ ਜੀ। ਜਿਹੜੀਆਂ ਆਹ ਵਾਲੀਆਂ ਰੇਖਾਵਾਂ ਹੁੰਦੀਆਂ ਇਹਨਾਂ ਨੂੰ ਤਾਂ ਆਪਾਂ ਕਹਿੰਦੇ ਹਾਂ ਜੀ ਲੌਂਗੀਟਿਊਡ, ਅਤੇ ਇਹਨਾਂ ਨੂੰ ਕਹਿੰਦੇ ਹਾਂ ਜੀ ਲੈਟੀਟਿਊਡ। ਲੈਟੀਟਿਊਡ ਨੂੰ ਪੰਜਾਬੀ 'ਚ ਕਹਿੰਦੇ ਜੀ ਦਿਸ਼ਾਂਤਰ। ਦਿਸ਼ਾਂਤਰ ਇਹਨਾਂ ਨੂੰ ਕਹਿ ਦਿੰਦੇ ਜੀ ਅਕਸ਼ਾਂਸ਼। ਅਤੇ ਲੌਂਗੀਟਿਊਡ ਜਿਹੜੀਆਂ ਮਤਲਬ ਆਪਾਂ ਨੂੰ ਦਿਖ ਰਹੀਆਂ ਐਸ ਲੋਡ ਜਿਹੜੀਆਂ ਰੇਖਾਵਾਂ ਇਹਨਾਂ ਨੂੰ ਕੀ ਕਹਿੰਦਾ ਜੀ ਲੌਂਗੀਟਿਊਡ ਦਿਸ਼ਾਂਤਰ ਰੇਖਾਵਾਂ। ਠੀਕ ਹੈ ਜੀ। ਇਹਨਾਂ ਦੀ ਗਿਣਤੀ ਹੈਗੀ ਹੈ 180। ਠੀਕ ਹੈ ਜੀ। ਜਿਹੜੀਆਂ ਐਸ ਲੋਡ ਆਪਾਂ ਨੂੰ ਦਿਖ ਰਹੀਆਂ ਇਹ ਹੁੰਦੀਆਂ ਜੀ ਆਪਣੀਆਂ ਲੌਂਗੀਟਿਊਡ। ਲੌਂਗੀਟਿਊਡ ਨੂੰ ਕੀ ਕਹਿੰਦੇ ਆ ਪੰਜਾਬੀ 'ਚ ਅਕਸ਼ਾਂਸ਼, ਅਤੇ ਇਹਨਾਂ ਦੀ ਗਿਣਤੀ ਹੈਗੀ ਹੈ 360। ਨੋਟ ਰੱਖਿਓ ਜੀ, ਇਹਨਾਂ ਆਪ ਧਿਆਨ 'ਚ ਰੱਖਿਓ ਕਿਉਂਕਿ ਕੁਐਸਚਨ ਪੁੱਛਿਆ ਜਾ ਸਕਦਾ ਇਹਦੇ 'ਤੇ ਵੀ। ਜਿਹੜੀਆਂ ਆਹ ਸਟੇਟਮੈਂਟਾਂ ਹੈਗੀਆਂ ਇਹ ਤੁਸੀਂ ਜ਼ਰੂਰ ਯਾਦ ਰੱਖਿਓ, ਸਕਰੀਨਸ਼ਾਟ ਲੈ ਲਓ ਅਤੇ ਟਾਈਮ ਆਉਣ 'ਤੇ ਜਦੋਂ ਪੇਪਰ ਦੇ ਨੇੜੇ ਇੱਕ ਵਾਰੀ ਜ਼ਰੂਰ ਰੀਡ ਕਰਿਓ। ਅੱਗੇ ਨੈਕਸਟ ਦੇਖਦੇ ਹਾਂ ਜੀ। ਭਾਰਤ ਜਨਸੰਖਿਆ ਦੇ ਖੇਤਰ ਦਾ ਕਿੰਨਾ ਪ੍ਰਤੀਸ਼ਤ ਹੈ? ਜਿਹੜਾ ਭਾਰਤ ਹੈਗਾ ਉਹ ਸੰਸਾਰ ਦੇ ਖੇਤਰ ਦਾ, ਜਨਸੰਖਿਆ ਦਾ ਨਹੀਂ, ਸੰਸਾਰ ਦੇ ਖੇਤਰ ਦਾ ਕਿੰਨਾ ਪ੍ਰਤੀਸ਼ਤ? ਇਹਦਾ ਰਾਈਟ ਆਨਸਰ ਹੈਗਾ ਜੀ 2.2। ਠੀਕ ਹੈ ਜੀ। ਇਹਦੇ ਪੁੱਛਿਆ ਗਿਆ ਜੀ ਜਿਹੜਾ ਸੰਸਾਰ ਦਾ ਜਿਹੜਾ ਖੇਤਰਫਲ ਹੈ ਉਹਦਾ 2.2 ਹੈਗਾ ਜੀ। ਠੀਕ ਹੈ ਜੀ। ਜਿਹੜਾ ਭਾਰਤ ਦਾ ਜੇ ਪੁੱਛ ਲਏ ਭਾਰਤ ਦਾ ਖੇਤਰਫਲ ਕਿੰਨਾ ਜੀ 32,87,782 ਵਰਗ ਕਿਲੋਮੀਟਰ। ਠੀਕ ਹੈ ਜੀ। ਨੋਟ ਕਰ ਲਿਓ ਤੁਸੀਂ ਇਹ ਵਰਗ ਕਿਲੋਮੀਟਰ। ਇਹ ਕੀ ਹੈ ਜੀ ਭਾਰਤ ਦਾ ਖੇਤਰਫਲ ਹੈ ਜੀ। ਠੀਕ ਹੈ ਜੀ। ਅੱਗੇ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ। ਖੇਤਰਫਲ ਦੇ ਪੱਖੋਂ ਭਾਰਤ ਸੰਸਾਰ ਵਿੱਚੋਂ ਕਿੰਨਵੇਂ ਸਥਾਨ 'ਤੇ ਆਉਂਦਾ ਹੈ? ਇਹਦਾ ਰਾਈਟ ਆਨਸਰ ਹੈਗਾ ਜੀ 7। ਮਤਲਬ ਕੀ ਹੈ 7ਵਾਂ ਸਥਾਨ ਜਿਹੜਾ ਹੈਗਾ ਖੇਤਰਫਲ ਦੇ ਪੱਖੋਂ ਜਿਹੜਾ ਭਾਰਤ ਹੈਗਾ ਉਹ 7ਵੇਂ ਸਥਾਨ 'ਤੇ ਆਉਂਦਾ ਹੈ। ਅਤੇ ਇਸ ਤੋਂ ਪਹਿਲਾਂ ਕੀ ਹੈ 6 ਦੇਸ਼ ਆਉਂਦੇ ਹੈ। ਉਹਨਾਂ ਵਿੱਚ ਕੀ ਹੈ ਜੀ ਪਹਿਲਾ ਦੇਸ਼ ਹੈਗਾ ਰੂਸ। ਠੀਕ ਹੈ ਜੀ। ਦੂਜਾ ਹੈਗਾ ਕੈਨੇਡਾ। ਤੀਜਾ ਹੈਗਾ ਜੀ ਚੀਨ। ਚੌਥਾ ਹੈਗਾ ਜੀ USA। ਪੰਜਵਾਂ ਹੈਗਾ ਜੀ ਬ੍ਰਾਜ਼ੀਲ। ਛੇਵਾਂ ਹੈਗਾ ਜੀ ਆਸਟ੍ਰੇਲੀਆ। ਠੀਕ ਹੈ ਜੀ। ਤਾਂ ਮਤਲਬ ਜਿਹੜੇ ਆਹ ਮਤਲਬ 6 ਦੇਸ਼ ਹੈ। ਠੀਕ ਹੈ ਜੀ। ਇਸ ਤੋਂ ਬਾਅਦ 6 ਤੋਂ ਬਾਅਦ ਜਿਹੜੀ 7ਵਾਂ ਆਪਣਾ ਨੰਬਰ ਆਉਂਦਾ ਜੀ ਭਾਰਤ ਦਾ ਖੇਤਰਫਲ ਦੇ ਪੱਖੋਂ। ਠੀਕ ਹੈ ਜੀ। ਜਿਹੜੇ ਆਹ 6 ਮਤਲਬ ਜਿਹੜੇ ਦੇਸ਼ ਹੈਗੇ ਇਹਨਾਂ ਨੂੰ ਤੁਸੀਂ ਯਾਦ ਰੱਖ ਸਕਦੇ ਹੋ ਟ੍ਰਿਕ ਰਾਹੀਂ। ਇਹਦਾ ਟ੍ਰਿਕ ਹੈਗੀ ਜੀ RCCUBA। RCC 2-3 ਵਾਰੀ ਰਿਪੀਟ ਕਰੋਗੇ ਨਾ, ਜਿਵੇਂ ਸਾਰਕ ਦਾ ਆਪਾਂ ਬਣਾਇਆ ਸੀਗਾ ਆਪਣੀ MBBS ਹੈ ਨਾ ਜੀ। ਤਾਂ ਇਸੇ ਤਰ੍ਹਾਂ ਇਹਦੀ ਹੈਗੀ ਆ RCCUBA। ਆਰ 'ਤੇ ਹੋ ਗਿਆ ਜੀ ਆਪਣਾ ਰੂਸ, ਸੀ 'ਤੇ ਹੋ ਗਿਆ ਜੀ ਆਪਣਾ ਕੈਨੇਡਾ, ਅਗਲੀ ਸੀ 'ਤੇ ਹੋ ਗਿਆ ਜੀ ਚੀਨ, ਯੂ 'ਤੇ ਹੋ ਗਿਆ ਜੀ USA, ਬੀ 'ਤੇ ਹੋ ਗਿਆ ਜੀ ਬ੍ਰਾਜ਼ੀਲ, ਅਤੇ ਏ 'ਤੇ ਹੋ ਗਿਆ ਜੀ ਆਸਟ੍ਰੇਲੀਆ। ਠੀਕ ਹੈ ਜੀ। ਅਤੇ 7ਵੇਂ ਦੇਸ਼ 'ਤੇ ਆਪਣਾ ਭਾਰਤ ਦੇਸ਼ ਆ ਜਾਂਦਾ ਜੀ। ਅੱਗੇ ਨੈਕਸਟ ਕੁਐਸਚਨ ਦੇਖਦੇ ਹਾਂ ਜੀ। ਧਿਆਨ 'ਚ ਰੱਖਿਓ ਜੀ ਇੰਨੀ ਗੱਲਾਂ। ਨੈਕਸਟ ਕੁਐਸਚਨ ਕੀ ਹੈ ਜੀ ਆਪਣੇ ਕੋਲ? ਆਜ਼ਾਦੀ ਤੋਂ ਪਹਿਲਾਂ ਭਾਰਤ ਨੂੰ ਸ਼ਾਹੀ ਰਿਆਸਤਾਂ ਅਤੇ ਬਰਤਾਨਵੀਆਂ ਵਿੱਚ ਵੰਡਿਆ ਗਿਆ। ਇੱਥੇ ਲਿਖ ਦਿਓ ਕਿੰਨੀਆਂ। ਮਿਸਟੇਕ ਹੋ ਜਾਂਦੀ ਹੈ, ਟਾਈਪ 'ਚ ਮਿਸਟੇਕ ਹੋ ਗਈ।
ਆਜ਼ਾਦੀ ਤੋਂ ਪਹਿਲਾਂ ਭਾਰਤ ਨੂੰ ਕਿੰਨੀਆਂ ਸ਼ਾਹੀ ਰਿਆਸਤਾਂ ਅਤੇ ਬਰਤਾਨਵੀ ਪ੍ਰਾਂਤਾਂ ਵਿੱਚ ਵੰਡਿਆ ਗਿਆ? ਇਹਦਾ ਰਾਈਟ ਆਨਸਰ ਹੈਗਾ ਜੀ 562 ਰਾਜਵਾੜਾ ਰਿਆਸਤਾਂ ਅਤੇ 9 ਪ੍ਰਾਂਤਾਂ ਵਿੱਚ ਵੰਡਿਆ ਗਿਆ। ਅੱਗੇ ਨੈਕਸਟ ਕੁਐਸਚਨ ਦੇਖੋ ਜੀ। ਪੰਜਾਬ ਨੂੰ ਭਾਸ਼ਾਈ ਆਧਾਰ ਤੇ ਕਦੋਂ ਵੰਡ ਕੀਤੀ? ਭਾਸ਼ਾਈ ਆਧਾਰ ਤੇ ਪੁੱਛਿਆ ਜੀ, ਜਦੋਂ ਪੰਜਾਬ ਦੀ ਭਾਸ਼ਾਈ ਆਧਾਰ ਤੇ ਕਦੋਂ ਵੰਡ ਕੀਤੀ? ਇਹਦਾ ਰਾਈਟ ਆਨਸਰ ਹੈਗਾ ਜੀ 1 ਨਵੰਬਰ 1966 ਈਸਵੀ ਨੂੰ। ਇਹਨੂੰ 3 ਭਾਗਾਂ ਵਿੱਚ ਵੰਡ ਦਿੱਤਾ ਗਿਆ ਸੀ। ਇਹਦਾ ਸੀਗਾ ਇੱਕ ਪਹਿਲਾ ਭਾਗ ਬਣ ਗਿਆ ਸੀਗਾ ਹਿਮਾਚਲ, ਦੂਜਾ ਸੀ ਪੰਜਾਬ, ਤੀਜਾ ਆਪਣਾ ਕੀ ਆ ਹਰਿਆਣਾ। 1966 ਈਸਵੀ ਵਿੱਚ ਇਹਦੇ ਕੀ ਹੈ 3 ਟੋਟੇ ਕਰ ਦਿੱਤੇ ਗਏ। ਕਾਹਦੇ ਆਧਾਰ ਤੇ? ਭਾਸ਼ਾ ਦੇ ਆਧਾਰ ਤੇ। ਠੀਕ ਹੈ ਜੀ, ਆਹ ਗੱਲਾਂ ਧਿਆਨ ਰੱਖਿਓ ਤੁਸੀਂ। ਅੱਗੇ ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਹੈ ਕਿਉਂਕਿ 2364 ਅਤੇ 6635 ਵਿੱਚ ਰਿਪੀਟ ਹੋ ਗਿਆ ਸੀਗਾ ਦੋਨੇ ਪੇਪਰਾਂ ਵਿੱਚ। ਆ ਸੇਮ ਡਿਪਟੋ ਕੁਐਸਚਨ ਰਿਪੀਟ ਹੋਇਆ ਸੀਗਾ। ਠੀਕ ਹੈ ਜੀ। ਵਸੋਂ ਵਿੱਚ ਭਾਰਤ ਚੀਨ ਤੋਂ ਬਾਅਦ ਕਿੰਨਵਾਂ ਦੇਸ਼ ਹੈ? ਇਹਦਾ ਰਾਈਟ ਆਨਸਰ ਹੈਗਾ ਜੀ ਵਸੋਂ ਵਿੱਚ ਭਾਰਤ ਚੀਨ ਤੋਂ ਬਾਅਦ ਦੂਜਾ ਦੇਸ਼ ਹੈ। ਠੀਕ ਹੈ ਜੀ, ਜੋ ਭਾਰਤ ਵਿੱਚ ਫਿਰ ਮਤਲਬ ਦੂਜਾ ਦੇਸ਼ ਹੈ। ਅਤੇ ਇਹਦੇ ਵਿੱਚ ਕਿੰਨੀ ਆਬਾਦੀ ਪਾਈ ਜਾਂਦੀ ਹੈ? 121 ਕਰੋੜ 1,93,422। ਠੀਕ ਹੈ ਜੀ, ਆ ਵੀ ਤੁਸੀਂ ਨੋਟ ਕਰ ਲਿਓ। ਅਤੇ ਇਹਨਾਂ ਵਿੱਚ ਜਿਹੜੀ ਪੁਰਸ਼ਾਂ ਦੀ ਗਿਣਤੀ ਪੁੱਛ ਲਈ ਜੇ ਕਿੰਨੇ ਪੁਰਸ਼ ਆਉਂਦੇ ਆ, ਤਾਂ 64% 62% ਕੀ ਹੈ ਜੀ ਆਪਣੇ ਪੁਰਸ਼ ਹੈ। ਅਤੇ ਇਸਤਰੀਆਂ ਹੈਗੀਆਂ, ਇਸਤਰੀਆਂ ਦੀ ਪੁੱਛ ਲਈ ਜੇ 58.1। ਠੀਕ ਹੈ ਜੀ, ਪੁਆਇੰਟ ਲਾ ਲਏ 58.1। ਅੱਗੇ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ। 2011 ਦੀ ਜਨਗਣਨਾ ਮੁਤਾਬਕ ਭਾਰਤ ਦੀ ਜਨਸੰਖਿਆ ਦੀ ਘਣਤਾ ਹੈ। ਇੱਥੇ ਜਨਸੰਖਿਆ ਦੀ ਘਣਤਾ ਪੁੱਛੀ ਹੈ ਜੀ, ਮਤਲਬ ਪ੍ਰਤੀ ਵਰਗ ਕਿਲੋਮੀਟਰ, ਮਤਲਬ ਜੋ ਭਾਰਤ ਦਾ ਜਿੰਨਾ ਵੀ ਪ੍ਰਤੀ ਵਰਗ ਕਿਲੋਮੀਟਰ ਬਣਦਾ। ਠੀਕ ਹੈ, ਉਹਦੇ ਵਰਗ ਦੇ ਵਿੱਚ ਕਿੰਨੇ ਲੋਕ ਰਹਿ ਰਹੇ ਆ? ਇਹਦਾ ਰਾਈਟ ਆਨਸਰ ਹੈਗਾ ਜੀ ਆਪਸ਼ਨ ਨੰਬਰ 1 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ। ਠੀਕ ਹੈ ਜੀ, ਆਹ ਗੱਲ ਤੁਸੀਂ ਧਿਆਨ 'ਚ ਰੱਖਣਾ। ਕਿੰਨਾ ਜੀ? 382। ਅਗੇ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ। ਦੱਖਣੀ ਪਹਾੜੀਆਂ ਤੋਂ ਕਿਸ ਜਾਤੀ ਦੇ ਲੋਕ ਭਾਰਤ ਆਏ? ਇੱਥੇ ਪੁੱਛਿਆ ਜੀ ਜਿਹੜੀਆਂ ਦੱਖਣੀ ਪਹਾੜੀਆਂ ਹੈਗੀਆਂ, ਕਿਉਂਕਿ ਜਿਹੜੇ ਆਪਾਂ ਸਟਾਰਟਿੰਗ ਤੋਂ ਹੀ ਪੜ੍ਹਦੇ ਆ ਰਹੇ ਹਾਂ ਕਿਤਾਬਾਂ ਵਿੱਚ ਵੀ ਜਿਹੜੇ ਆਰੀਆ ਲੋਕ ਸੀਗੇ ਖੈਬਰ ਦਰਿਆ ਰਾਹੀਂ ਆਏ, ਦਰਾਵਿੜ ਕਿੱਧਰੋਂ ਆਏ, ਹੈ ਨਾ, ਸਾਰੇ ਮਤਲਬ ਨਾਲ ਦੇ ਦੇਸ਼ਾਂ ਤੋਂ ਆ ਕੇ ਜਿਹੜੇ ਭਾਰਤ ਰਹਿਣ ਲੱਗੇ। ਠੀਕ ਹੈ, ਭਾਰਤ ਆ ਕੇ ਰਹਿਣ ਲੱਗੇ। ਇੱਥੇ ਪੁੱਛਿਆ ਦੱਖਣੀ ਪਹਾੜੀਆਂ ਤੋਂ ਕਿਸ ਜਾਤੀ ਦੇ ਲੋਕ ਆਏ? ਇਹਦਾ ਰਾਈਟ ਆਨਸਰ ਹੈਗਾ ਜੀ ਦਰਾਵਿੜ। ਠੀਕ ਹੈ ਜੀ, ਜਿਹੜੇ ਆਰੀਅਨ ਲੋਕ ਸੀਗੇ ਇਹ ਆਏ ਸੀਗੇ ਜੀ ਖੈਬਰ ਦਰੇ ਰਾਹੀਂ। ਜਿਹੜੇ ਤਿੱਬਤੀ ਲੋਕਾਂ ਦੀ ਆਪਾਂ ਗੱਲ ਕਰੀਏ, ਠੀਕ ਹੈ ਜੀ, ਇਹ ਆਏ ਸੀਗੇ ਉੱਤਰ ਪੱਛਮ ਤੋਂ। ਜੇ ਮੈਂਗਲੋ ਜਾਤੀ ਦੀ ਆਪਾਂ ਗੱਲ ਕਰੀਏ ਤਾਂ ਇਹ ਆਏ ਸੀਗੇ ਜੀ ਆਪਣੇ ਚੀਨ ਵਾਲੇ ਪਾਸੋਂ। ਠੀਕ ਹੈ ਜੀ, ਅਤੇ ਆਪਾਂ ਸ਼੍ਰੀਲੰਕਾ ਤੋਂ ਵੀ ਇੱਕ ਤਾਮਿਲ ਆ ਕੇ ਰਹਿਣ ਲੱਗੇ ਸੀ। ਉਹਨਾਂ ਨੂੰ ਕੀ ਕਿਹਾ ਸੀਗਾ? ਤਾਮਿਲ ਜਾਤੀ। ਠੀਕ ਹੈ ਜੀ, ਜਿਹੜੇ ਤਾਮਿਲਨਾਡੂ 'ਚ ਆ ਕੇ ਰਹਿਣ ਲੱਗ ਗਏ ਸੀਗੇ ਤਾਮਿਲ ਜਾਤੀ, ਤਾਂ ਹੀ ਫਿਰ ਜਿਹੜਾ ਤਾਮਿਲਨਾਡੂ ਦਾ ਨਾਮ ਉਹਨਾਂ ਦੀ ਜਾਤੀ 'ਤੇ ਹੀ ਰੱਖਿਆ ਗਿਆ ਸੀ। ਠੀਕ ਹੈ ਜੀ, ਅੱਗੇ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ। ਕਿਸ ਭਾਸ਼ਾ ਨੂੰ ਹਿੰਦੁਸਤਾਨੀ ਭਾਸ਼ਾ ਕਿਹਾ ਜਾਂਦਾ ਹੈ ਜੀ? ਹਿੰਦੁਸਤਾਨੀ ਭਾਸ਼ਾ ਕਿਹਾ ਜਾਂਦਾ ਜੀ। ਕਿਹੜੀ ਭਾਸ਼ਾ ਜੀ ਜਿਹੜੀ ਹਿੰਦੁਸਤਾਨੀ ਭਾਸ਼ਾ ਕਿਹਾ ਜਾਂਦਾ ਜੀ? ਇਹਦਾ ਰਾਈਟ ਆਨਸਰ ਹੈਗਾ ਜੀ ਉਰਦੂ। ਦੇਖ ਲਓ ਜੀ, ਸਭ ਤੋਂ ਪਹਿਲਾਂ ਕੀ ਸੀਗਾ? ਸੰਸਕ੍ਰਿਤੀ ਭਾਸ਼ਾ ਦਾ ਬੋਲਬਾਲਾ ਸੀਗਾ ਜੀ। ਠੀਕ ਹੈ ਜੀ, ਸੰਸਕ੍ਰਿਤੀ ਭਾਸ਼ਾ ਤੋਂ ਬਾਅਦ ਫਿਰ ਆਈ ਜੀ
ਫਾਰਸੀ ਭਾਸ਼ਾ। ਤੇ ਫਾਰਸੀ ਭਾਸ਼ਾ ਦੇ ਸੁਮੇਲ, ਦੋਨਿਆਂ ਦੇ ਸੁਮੇਲ ਤੋਂ ਕੀ ਬਣੀ? ਉਰਦੂ। ਠੀਕ ਹੈ ਜੀ। ਜਦੋਂ ਦੋਨਾਂ ਦੇ ਸੁਮੇਲ ਤੋਂ ਆ ਵੀ ਕੁਐਸਚਨ ਬਣਿਆ ਜਾ ਸਕਦਾ ਹੈ, ਜਿਹੜੀ ਉਰਦੂ ਹੈਗੀ ਹੈ ਇਹ ਕਿਹਨਾਂ ਦੋ ਭਾਸ਼ਾ ਦਾ ਸੁਮੇਲ ਹੈ? ਉਹਦਾ ਰਾਈਟ ਆਨਸਰ ਬਣ ਜੂਗਾ ਸੰਸਕ੍ਰਿਤ ਅਤੇ ਫਾਰਸੀ। ਠੀਕ ਹੈ ਜੀ। ਅੱਗੇ ਨੈਕਸਟ ਕੁਐਸਚਨ ਦੇਖਦੇ ਹਾਂ। ਭਾਰਤ ਵਿੱਚ ਲੋਕਤੰਤਰੀ ਜਾਂ ਗਣਰਾਜ ਦੀ ਸਥਾਪਨਾ ਕਦੋਂ ਹੋਈ? ਲੋਕਤੰਤਰੀ ਜਾਂ ਗਣਰਾਜ ਦੀ ਸਥਾਪਨਾ ਕਦੋਂ ਹੋਈ? ਇਹਦਾ ਰਾਈਟ ਆਨਸਰ ਹੈਗਾ ਜੀ 26 ਜਨਵਰੀ 1950। ਕਿੰਨਾ ਜੀ? 26 ਜਨਵਰੀ 1950 ਇਹਦਾ ਰਾਈਟ ਆਨਸਰ ਹੈਗਾ ਜੀ। ਅੱਗੇ ਆਪਾਂ ਦੇਖਦੇ ਹਾਂ ਜੀ ਨੈਕਸਟ ਕੁਐਸਚਨ। ਨੈਕਸਟ ਕੁਐਸਚਨ ਕੀ ਕਹਿੰਦਾ ਜੀ ਆਪਣਾ? ਭਾਰਤ ਦੇ ਉੱਤਰੀ ਭਾਗ ਵਿੱਚ ਕਿਸ ਕਿਸਮ ਦਾ ਜਲਵਾਯੂ ਮਿਲਦਾ ਹੈ? ਠੀਕ ਹੈ ਜੀ। ਭਾਰਤ ਦੇ ਉੱਤਰੀ ਭਾਗ ਵਿੱਚ ਸ਼ੀਤ ਊਸ਼ਣ ਕਿਸਮ ਦਾ ਜਲਵਾਯੂ ਮਿਲਦਾ ਹੈ। ਉੱਤਰੀ ਭਾਗ ਵਿੱਚ ਕਿਹੜਾ ਮਿਲਦਾ ਜੀ? ਸ਼ੀਤ ਊਸ਼ਣ। ਇਹ ਦੱਖਣ ਦੀ ਗੱਲ ਕਰ ਲਈਏ, ਦੱਖਣ ਵਿੱਚ ਕੀ ਹੁੰਦਾ ਜੀ? ਗਰਮ ਅਤੇ ਸੁਹਾਵਣਾ। ਇਹ ਦੋਨੇ ਜਿਹੜੇ ਤਰ੍ਹਾਂ ਦੇ ਜਿਹੜੇ ਜਲਵਾਯੂ ਹੈਗੇ ਜੀ ਇਹ ਆਪਣੇ ਦੱਖਣ ਵਿੱਚ ਮਿਲਦੇ ਹੈ ਜੀ। ਤਾਂ ਹੀ ਕਹਿ ਜਾਂਦੇ ਜੀ ਜਿਹੜੇ ਦੱਖਣ ਵਿੱਚ ਹੈ ਜੀ ਸਰਦੀ ਦੀ ਰੁੱਤ ਜਿਹੜੀ ਹੁੰਦੀ ਹੈ ਨਹੀਂ ਹੁੰਦੀ। ਠੀਕ ਹੈ ਜੀ। ਅੱਗੇ ਨੈਕਸਟ ਕੁਐਸਚਨ ਦੇਖਦੇ ਹਾਂ। ਭਾਰਤ ਦੀ ਉੱਤਰੀ ਸਿਰੇ ਤੋਂ ਦੱਖਣੀ ਸਿਰੇ ਤੱਕ ਦੀ ਲੰਬਾਈ ਕਿੰਨੀ ਹੈ? ਉੱਤਰੀ ਸਿਰੇ ਤੋਂ ਪੁੱਛਿਆ ਜੀ ਕਸ਼ਮੀਰ ਤੋਂ ਲੈ ਕੇ ਨੀਚੇ ਕੰਨਿਆਕੁਮਾਰੀ ਤੱਕ ਪੁੱਛਿਆ ਜੀ। ਕੰਨਿਆਕੁਮਾਰੀ ਤੱਕ ਕਿੰਨੀ ਲੰਬਾਈ ਪੈ ਜਾਂਦੀ ਹੈ? ਠੀਕ ਹੈ ਜੀ। ਇਹਦਾ ਰਾਈਟ ਆਨਸਰ ਹੈਗਾ ਜੀ 3214 ਕਿਲੋਮੀਟਰ। ਜਿਹੜਾ ਆ ਵਾਇਆ ਪੈ ਜਾਂਦਾ ਜੀ ਇਹਨਾਂ ਨੂੰ 3214 ਕਿਲੋਮੀਟਰ ਪੈ ਜਾਂਦਾ ਜੀ। ਅਤੇ ਜੇ ਗੱਲ ਕਰ ਲਈਏ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਗੁਜਰਾਤ ਤੱਕ ਦੀ ਤਾਂ ਇਹ ਪੈਂਦੀ ਹੈ ਜੀ 2933 ਕਿਲੋਮੀਟਰ। ਇਹ ਤਾਂ ਆਪਾਂ ਨੂੰ ਐਸ ਲੋਡ ਪੁੱਛ ਲਈ ਸੀਗੀ। ਜੇ ਆਪਾਂ ਨੂੰ ਐਸ ਲੋਡ ਪੁੱਛ ਲਏ ਤਾਂ ਇਹ ਆਪਣੇ ਕੋਲ ਹੋਊਗੀ 3214, ਇਹ ਹੋਊਗੀ 2933। ਠੀਕ ਹੈ ਜੀ। 2-3 ਵਾਰੀ ਇਹਨੂੰ ਪੜ੍ਹਦੇ ਰਹੋ ਤਾਂ ਯਾਦ ਹੋ ਜੂਗੀ। ਇਹ ਸੀਗੇ ਅੱਜ ਦੇ ਆਪਣੇ ਫਸਟ ਚੈਪਟਰ ਦੇ ਜਿੰਨੇ ਵੀ ਇੰਪੋਰਟੈਂਟ ਕੁਐਸਚਨ। ਅੱਗੇ ਨੈਕਸਟ ਵੀਡੀਓ 'ਚ ਅਗਲੇ ਚੈਪਟਰ ਦੇ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਹੋਣਗੇ ਜਿਹੜੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੋਣਗੇ ਉਹ ਤੁਹਾਡੇ ਅੱਗੇ ਲੈ ਕੇ ਆਵਾਂਗੇ। ਜੇ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਓ, ਕਿਉਂਕਿ ਇਹਦੇ 'ਤੇ ਅਸੀਂ ਮੈਥ ਸਾਇੰਸ ਦੀਆਂ ਜਿਹੜੀਆਂ ਕਲਾਸਾਂ ਹੈਗੀਆਂ ਉਹ ਫੁੱਲ ਐਕਸਪਲੇਨੇਸ਼ਨ ਦੇ ਨਾਲ ਕਰਵਾ ਰਹੇ ਹਾਂ। ਜਿਨ੍ਹਾਂ ਨੇ ਸਾਡੀ ਮੈਥ ਸਾਇੰਸ ਦੀਆਂ ਕਲਾਸਾਂ ਨਹੀਂ ਦੇਖੀਆਂ ਉਹ ਸਾਡੇ ਚੈਨਲ 'ਤੇ ਜਾ ਕੇ ਪਲੇਲਿਸਟ 'ਚ ਜਾ ਕੇ ਮੈਥ ਸਾਇੰਸ ਦੀਆਂ ਆਪਣੀਆਂ ਕਲਾਸਾਂ ਲਾ ਸਕਦਾ ਹੈ।